खिदराना कर मुक्त सर मुक्त मुक्त सब कीन होए साबत जूझै जबै बडो मर्तबो लीन। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਿਦਰਾਨੇ ਦੀ ਢਾਬ ਤੇ ਆਖਰੀ ਜੰਗ ਲੜੀ, ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 40 ਮੁਕਤਿਆਂ ਦੀ ਟੁੱਟੀ ਗੰਢੀ ਤੇ ਭਾਈ ਮਹਾਂ ਸਿੰਘ ਜੀ ਨੂੰ ਆਪਣੀ ਗੋਦ ਦੇ ਵਿੱਚ ਲੈ ਕੇ ਵਿਦਾਵਾ ਪਾੜਿਆ। ਹਰ ਸਾਲ 21 ਵਿਸਾਖ ਨੂੰ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ ਤੇ ਨਾਲ ਹੀ ਵਿਸ਼ਵ ਭਰ ਤੇ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੇ ਵਿੱਚ ਪ੍ਰਸਿੱਧ ਮੇਲਾ ਮਾਘੀ। क्यों मनाया जाता मेला माघी, की इतिहास है, विस्तार की है, 40 मुक्ते खिदराने की ढाब ते किस तरह पहुँचे, मुगल हकूमत के नाल श्री गुरु गोबिंद सिंह जी महाराज ने ये जंग किस तरह लड़ी ते अपने गुरु प्यारिਆਂ ਨੂੰ अपनी गोद ਦੇ ਵਿੱਚ ਲੈ ਕੇ ਇਹ एहसास कराया कि गुरु सदा ही बख्शणहार है। ਅਸੀਂ इस अस्थान के सुनहरी इतिहास से आप जी ਨੂੰ ਚਾਨਣਾ ਪਾਵਾਂਗੇ। ਸਾਡੇ ਨਾਲ ਸ੍ਰੀ ਦਰਬਾਰ ਸਾਹਿਬ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਮੁਕਤਸਰ ਸਾਹਿਬ ਦੇ ਕਥਾਵਾਚਕ ਭਾਈ ਜਗਬੀਰ ਸਿੰਘ ਜੀ ਮੌਜੂਦ ਨੇ। ਅਸੀਂ ਉਹਨਾਂ ਨਾਲ ਬਚਨ ਪਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਸ੍ਰੀ ਮੁਕਤਸਰ ਸਾਹਿਬ ਦਾ ਸੁਨਹਿਰੀ ਇਤਿਹਾਸ ਕਿਰਪਾ ਕਰਕੇ ਸਾਨੂੰ ਜ਼ਰੂਰ ਦੱਸੋ। ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ। ਮੁਕਤਸਰ ਸਾਹਿਬ ਦੀ ਪਾਵਨ ਧਰਤੀ 40 ਮੁਕਤਿਆਂ ਦੀ ਚਰਨ ਛੋਹ ਪ੍ਰਾਪਤ ਸਾਹਿਬ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਰਸਾਈ ਹੋਈ ਇਹ ਧਰਤੀ, ਇਹਦਾ ਇਤਿਹਾਸ, ਇਹਦਾ ਪਿਛੋਕੜ ਆਨੰਦਪੁਰ ਸਾਹਿਬ ਦੇ ਉਸ ਇਤਿਹਾਸ ਦੇ ਨਾਲ ਜੁੜਦਾ ਹੈ ਕਿ ਜਿਸ ਵੇਲੇ ਆਨੰਦਪੁਰ ਸਾਹਿਬ ਦੀਆਂ ਵੱਧਦੀਆਂ ਹੋਈਆਂ ਰੌਣਕਾਂ ਦੇਖ ਕੇ ਉਹ ਪਹਾੜੀ ਰਾਜੇ ਜਿਨ੍ਹਾਂ ਦੇ ਪਿਤਾ ਪਿਤਾਮਿਆਂ ਨੂੰ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਜਹਾਂਗੀਰ ਦੀ ਕੈਦ ਵਿੱਚੋਂ ਗਵਾਲੀਅਰ ਦੇ ਕਿਲੇ ਤੋਂ ਛੁਡਵਾਇਆ ਸੀ, ਸਤਿਗੁਰੂ ਜੀ ਦਾ ਵੱਧਦਾ ਹੋਇਆ ਪ੍ਰਤਾਪ ਵੇਖ ਕੇ ਉਹ ਪਹਾੜੀ ਰਾਜੇ ਗੁਰੂ ਸਾਹਿਬ ਨਾਲ ਈਰਖਾ ਕਰਨ ਲੱਗ ਪਏ। ਫਿਰ ਉਹਨਾਂ ਦੇ ਪੈਰਾਂ ਵਿੱਚ ਹੀ ਜਾ ਬੈਠੇ ਜਿਨ੍ਹਾਂ ਦੇ ਵੱਡ ਵਡੇਰਿਆਂ ਨੂੰ ਕਿਸੇ ਸਮੇਂ ਉਹਨਾਂ ਦੇ ਵੱਡ ਵਡੇਰਿਆਂ ਨੇ ਕੈਦ ਕੀਤਾ ਸੀ। ਵੱਧਦੀ ਹੋਈ ਆਨੰਦਪੁਰ ਸਾਹਿਬ ਦੀ ਰੌਣਕ ਤੋਂ ਇਹਨਾਂ ਪਹਾੜੀਆਂ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਨੰਦਪੁਰ ਸਾਹਿਬ ਘੇਰਾ ਪਾ ਲਿਆ। ਵੱਡਾ ਘੇਰਾ ਜਿਹੜਾ 8 ਮਹੀਨੇ ਦਾ ਇਹ ਘੇਰਾ ਚੱਲਿਆ, ਜਿਸ ਘੇਰੇ ਦੇ ਦੌਰਾਨ ਅਜਿਹੀ ਹਾਲਤ ਬਣ ਗਈ ਕਿ ਕਿਸੇ ਵੇਲੇ ਆਨੰਦਪੁਰ ਸਾਹਿਬ ਜਿਹੜਾ ਘੁੱਗ ਵਸਦਾ ਸ਼ਹਿਰ ਸੀ, ਵੱਡੀ ਗਿਣਤੀ ਵਿੱਚ ਉਸ ਵੇਲੇ ਵੀ ਸਿੰਘ ਮੌਜੂਦ ਸਨ। ਜਿਸ ਵੇਲੇ ਘੇਰਾ ਪੈਂਦਾ ਲਗਭਗ 10,000 ਦੇ ਕਰੀਬ ਗਿਣਤੀ ਜ਼ਿਕਰ ਆਉਂਦਾ ਹੈ ਤੇ ਉਸ ਘੇਰੇ ਦੇ ਵਿੱਚ ਲੰਬੇ ਸਮੇਂ ਦੇ ਇਸ ਘੇਰੇ ਦੌਰਾਨ ਬਹੁਤ ਸਾਰੇ ਸਿੰਘ ਜਿਹੜੇ ਭੁੱਖਮਰੀ ਦਾ ਸ਼ਿਕਾਰ ਹੋਏ, ਜਿਹਦੇ ਵਿੱਚੋਂ ਕੀਮਤੀ ਜਾਨਵਰ ਉਹ ਹਾਥੀ ਮਹਾਰਾਜ ਦਾ ਪ੍ਰਸਾਦੀ ਹਾਥੀ ਚੜ੍ਹਾਈ ਕਰਦਾ ਹੈ, ਕੀਮਤੀ ਘੋੜੇ ਆ ਜਿਹੜੇ ਆਨੰਦਪੁਰ ਸਾਹਿਬ ਇੱਥੇ ਚੜ੍ਹਾਈ ਕਰਦੇ ਆ, ਬਹੁਤ ਸਾਰੇ ਸਰੀਰ ਐਸੇ ਨੇ ਜਿਹੜੇ ਭੁੱਖ ਦੇ ਨਾਲ ਦਮ ਤੋੜਦੇ ਆ। ਜੇਕਰ ਇੱਥੋਂ ਜਾਂਦੇ ਨੇ ਕੋਈ ਪ੍ਰਸ਼ਾਦੇ ਪਾਣੀ ਦੇ ਇੰਤਜ਼ਾਮ ਵਾਸਤੇ ਜਾਂ ਪਾਣੀ ਲੈਣ ਵਾਸਤੇ ਵੀ ਜੇ ਕੋਈ ਜਾਂਦੇ ਸਿੰਘ ਨਿਕਲਦੇ ਕਿਲੇ ਚੋਂ, ਜੇਕਰ ਉਹ 10 ਜਾਣੇ ਜਾਂਦੇ ਆ ਤੇ 5 ਸ਼ਹੀਦ ਹੋ ਜਾਂਦੇ ਆ, 5 ਹੀ ਵਾਪਸ ਪਰਤਦੇ ਆ। ਕਰਦਿਆਂ ਗਿਣਤੀ ਬਹੁਤ ਘਟਦੀ ਜਾਂਦੀ ਹੈ। 8 ਮਹੀਨਾ ਤੋਂ ਘੇਰੇ ਜਿਹੜੇ ਪਾਈ ਬੈਠੇ ਸਨ, ਬਾਹਰੋਂ ਰਾਸ਼ਨ ਪਾਣੀ ਮਿਲਣ ਦੇ ਬਾਵਜੂਦ ਵੀ ਇੰਨਾ ਕੁ ਅੱਕ ਗਏ, ਇੰਨਾ ਕੁ ਤੰਗ ਹੋ ਗਏ ਕਿ ਇਹ ਘੇਰਾ ਹੁਣ ਮੁੱਕਣਾ ਚਾਹੀਦਾ ਹੈ। ਉਹਦੇ ਵਾਸਤੇ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਸ ਪੇਸ਼ਕਸ਼ ਭੇਜੀ ਜਾਂਦੀ ਹੈ, ਮਹਾਰਾਜ ਆਪ ਜੀ ਆਨੰਦਪੁਰ ਸਾਹਿਬ ਖਾਲੀ ਕਰ ਜਾਓ, ਸਾਡੀ ਇੱਜ਼ਤ ਰਹਿ ਜਾਏਗੀ, ਕਹਿਣ ਜੋਗੇ ਹੋ ਜਾਵਾਂਗੇ ਦੁਨੀਆ ਨੂੰ ਕਿ ਅਸੀਂ ਗੁਰੂ ਗੋਬਿੰਦ ਸਿੰਘ ਤੋਂ ਆਨੰਦਪੁਰ ਸਾਹਿਬ ਖਾਲੀ ਕਰਵਾ ਲਿਆ ਸੀ। ਇਹਦੇ ਨਾਲ ਸਾਡੀ ਨੱਕ ਰਹਿੰਦੀ ਹੈ, ਕਿਰਪਾ ਕਰੋ ਜਿਸ ਪਾਸੇ ਜਾਣਾ ਚਾਹੋ ਚਲੇ ਜਾਓ, ਅਸੀਂ ਆਪ ਜੀ ਨੂੰ ਕੁਝ ਨਹੀਂ ਕਵਾਂਗੇ। ਵਿਚਾਰ ਕੀਤੀ ਜਾਂਦੀ ਹੈ। ਸਿੱਖਾਂ ਨੇ ਵੀ ਇਸੇ ਗੱਲ ਦੇ ਵਿੱਚ ਹੀ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਰਾਏ ਦਿੱਤੀ ਹੈ ਕਿ ਆਨੰਦਪੁਰ ਸਾਹਿਬ ਖਾਲੀ ਕਰਨਾ ਚਾਹੀਦਾ ਹੈ।
ਪਰ ਸਤਿਗੁਰੂ ਸੱਚੇ ਪਾਤਸ਼ਾਹ ਜੋ ਸਭ ਕੁਝ ਜਾਣਦੇ ਨੇ, ਸਮਰੱਥ ਨੇ, ਇਹਨਾਂ ਦੀਆਂ ਸਹੁੰਆਂ ਤੇ ਕਿੰਨਾ ਕੁ ਵਿਸ਼ਵਾਸ ਕੀਤਾ ਜਾ ਸਕਦਾ ਹੈ, ਇਹ ਪ੍ਰਤਾਵਾ ਵੀ ਉਸ ਵੇਲੇ ਗੁਰੂ ਸਾਹਿਬ ਜੀ ਨੇ ਦਿਖਾਇਆ ਕਿ ਜਦੋਂ ਮਰੇ ਹੋਏ ਜਾਨਵਰ ਜਾਂ ਟੁੱਟੇ ਹੋਏ ਕੋਈ ਜੋੜੇ ਆਦਿਕ, ਫਟੇ ਹੋਏ ਬਸਤਰ ਗੱਡਿਆਂ ਤੇ ਲੱਦ ਕੇ ਜਦੋਂ ਗੱਡਿਆਂ ਨੂੰ ਅਨੰਦਪੁਰ ਸਾਹਿਬ ਤੋਂ ਬਾਹਰ ਭੇਜਿਆ ਜਾਂਦਾ ਹੈ ਤੇ ਉਸ ਵੇਲੇ ਇਹਨਾਂ ਜਿਹੜੇ ਬੈਠੇ ਪਹਾੜੀ ਰਾਜੇ ਤੇ ਮੁਗਲਿਆ ਫੌਜ ਜਿਹੜੀ ਪਹੁੰਚੀ ਹੈ, ਵਾਅਦੇ ਕਸਮਾਂ ਨੂੰ ਤੋੜ ਕੇ ਉਹਨਾਂ ਤੇ ਹਮਲਾ ਕਰਦੇ ਆ, ਉਹ ਸਾਰਾ ਕੁਝ ਲੁੱਟ ਲਿਆ ਜਾਂਦਾ ਹੈ। ਆਖਰ ਨੂੰ ਟੁੱਟੇ ਹੋਏ ਛਿੱਤਰ ਤੇ ਮਰੇ ਹੋਏ ਪਸ਼ੂਆਂ ਦੇ ਹੱਡ ਹੀ ਹੱਥ ਲੱਗਦੇ ਆ। ਨਿਰਾਸ਼ਾ ਵੀ ਮਿਲਦੀ ਹੈ, ਸ਼ਰਮਸਾਰ ਵੀ ਹੋਣਾ ਪੈਂਦਾ ਹੈ। ਫਿਰ ਆਪਣੀਆਂ ਸਹੁੰਆਂ ਦਾ ਯਕੀਨ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਰਾਇਆ ਜਾਂਦਾ ਹੈ, ਜਿੱਥੇ ਮੌਲਵੀ ਕੁਰਾਨ ਲੈ ਕੇ ਪਹੁੰਚਦਾ ਹੈ, ਜਿਹਦੇ ਮਗਰ ਔਰੰਗਜ਼ੇਬ ਦੇ ਵੱਲੋਂ ਲਿਖੀ ਹੋਈ ਇੱਕ ਚਿੱਠੀ, ਇੱਕ ਖਤ ਉਸ ਕੁਰਾਨ ਦੇ ਨਾਲ ਅਟੈਚ ਕੀਤਾ ਗਿਆ ਹੈ। ਆਟੇ ਦੀਆਂ ਗਊਆਂ ਬਣਾ ਕੇ ਪਹਾੜੀ ਰਾਜਿਆਂ ਦੇ ਵੱਲੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸ ਸਹੁੰ ਖਾ ਕੇ ਵਿਸ਼ਵਾਸ ਦਿਵਾਇਆ ਜਾਂਦਾ ਹੈ ਕਿ ਪਹਿਲਾਂ ਅਸੀਂ ਜੋ ਸਾਡੇ ਤੋਂ ਭੁੱਲ ਹੋਈ ਹੈ, ਅਸੀਂ ਆਪਣੇ ਧਾਰਮਿਕ ਗ੍ਰੰਥਾਂ ਦੀ ਸਹੁੰ ਖਾ ਕੇ ਕਹਿੰਦੇ ਹਾਂ ਕਿ ਤੁਸੀਂ ਅਨੰਦਪੁਰ ਸਾਹਿਬ ਖਾਲੀ ਕਰ ਦਿਓ, ਤੁਹਾਨੂੰ ਕੋਈ ਕੁਝ ਨਹੀਂ ਆਖੇਗਾ, ਤੁਹਾਡੇ ਮਗਰ ਕੋਈ ਨਹੀਂ ਆਏਗਾ, ਜਿੱਧਰ ਜਾਣਾ ਚਾਹੋ ਆਪ ਜੀ ਜਾ ਸਕਦੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਵੇਲੇ ਫਿਰ ਜਿਹੜੇ ਸਿੰਘਾਂ ਨੇ ਮਹਾਰਾਜ ਨੂੰ ਕਿਹਾ ਕਿ ਸਾਨੂੰ ਅਨੰਦਪੁਰ ਸਾਹਿਬ ਖਾਲੀ ਕਰ ਦੇਣਾ ਚਾਹੀਦਾ ਹੈ, ਸਤਿਗੁਰੂ ਜੀ ਨੇ ਵਿਸ਼ਵਾਸ ਦਿਵਾਇਆ ਕਿ ਇਹਨਾਂ ਦੀ ਸਹੁੰ ਤੇ ਯਕੀਨ ਨਹੀਂ ਕਰਨਾ ਚਾਹੀਦਾ। ਉਸ ਵੇਲੇ ਕੁਝ ਹਾਲਾਤ ਅਜਿਹੇ ਬਣਦੇ ਨੇ, ਸਿੱਖਾਂ ਵੱਲੋਂ ਜ਼ੋਰ ਦਿੱਤਾ ਜਾਂਦਾ ਹੈ, ਮਹਾਰਾਜ ਉਹਨਾਂ ਨੂੰ ਕਹਿ ਦਿੰਦੇ ਆ ਵੀ ਜਿਹੜੇ ਸਾਡੇ ਪਾਸ ਨਹੀਂ ਰਹਿਣਾ ਚਾਹੁੰਦੇ, ਸਾਡੀ ਗੱਲ ਨਹੀਂ ਮੰਨਦੇ, ਉਹ ਇਹ ਲਿਖ ਕੇ ਚਲੇ ਜਾਓ ਵੀ ਅਸੀਂ ਤੁਹਾਡੇ ਸਿੱਖ ਨਹੀਂ ਹਾਂ। ਕੁਝ ਸਿੱਖਾਂ ਦੇ ਵੱਲੋਂ ਉਸ ਸਮੇਂ ਉਹਨਾਂ ਹਾਲਾਤਾਂ 'ਚ ਇਹ ਕਦਮ ਪੁੱਟ ਲਿਆ ਜਾਂਦਾ ਹੈ ਕਿ ਜਿਸ ਵੇਲੇ ਮਹਾਰਾਜ ਨੂੰ ਲਿਖ ਕੇ ਦੇ ਦਿੱਤਾ ਜਾਂਦਾ ਹੈ ਕਿ ਅਸੀਂ ਆਪ ਜੀ ਦੇ ਸਿੱਖ ਨਹੀਂ ਹਾਂ। ਸਿੱਖ ਉਸ ਵੇਲੇ ਤੁਰਦੇ ਨੇ, 6 ਪੋਹ ਦੀ ਰਾਤ ਆਉਂਦੀ ਹੈ, ਜਿਸ ਵੇਲੇ ਮਹਾਰਾਜ ਕਿਲ੍ਹਾ ਛੱਡਦੇ ਆ। ਬਾਕੀ ਸਾਥੀਆਂ ਦਾ ਮਨੋਬਲ ਨਾ ਡਿੱਗੇ, ਸਤਿਗੁਰੂ ਸੱਚੇ ਪਾਤਸ਼ਾਹ ਸਾਰਾ ਕਾਫਲਾ ਅਨੰਦਪੁਰ ਸਾਹਿਬ ਤੋਂ ਆਪ ਤੋਰਦੇ ਆ। ਜਿੱਥੇ ਅਸੀਂ ਇਹ ਪੜ੍ਹਦੇ ਹਾਂ ਕਿ ਗੁਰੂ ਸਾਹਿਬ ਜੀ ਦਾ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ, ਅਲੱਗ ਹੋ ਜਾਂਦਾ ਹੈ ਸਾਰਾ ਇਹ ਕਾਫਲਾ। ਉਸੇ ਤਰ੍ਹਾਂ ਉਹ ਜਿਹੜੇ ਸਿੰਘ ਅਨੰਦਪੁਰ ਸਾਹਿਬ ਛੱਡ ਕੇ ਤੁਰੇ ਸਨ, ਨਾ ਮੇਲ ਮਿਲਾਪ ਹੋ ਸਕਿਆ ਗੁਰੂ ਸਾਹਿਬ ਦੇ ਨਾਲ, ਬੇਦਾਵਾ ਦੇ ਕੇ ਆਪਣੇ ਘਰਾਂ ਵੱਲ ਨੂੰ, ਮਾਝੇ ਵੱਲ ਨੂੰ ਚਾਲੇ ਪਾ ਦਿੱਤੇ। ਪਿੱਛੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਕਿਲ੍ਹਾ ਛੱਡਿਆ ਹੈ, ਸਰਸਾ ਦੇ ਕੰਢੇ ਜੰਗ ਹੁੰਦੀ ਹੈ। ਇਸ ਜੰਗ ਦੇ ਦੌਰਾਨ ਜਿੱਥੇ ਭਾਈ ਜੀਵਨ ਸਿੰਘ ਜੀ, ਭਾਈ ਉਦੇ ਸਿੰਘ ਦੀ ਸ਼ਹਾਦਤ ਹੁੰਦੀ ਹੈ, ਇੱਥੋਂ ਜੰਗ ਕਰਦਿਆਂ ਹੋਇਆਂ ਹੀ ਰੋਪੜ ਤੋਂ ਲੰਘਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਪਹੁੰਚਦੇ ਨੇ ਚਮਕੌਰ ਦੀ ਗੜੀ, ਜਿੱਥੇ ਸ਼ਾਮ ਤੱਕ 7 ਪੋਹ ਦੀ ਸ਼ਾਮ ਨੂੰ ਚਮਕੌਰ ਦੀ ਗੜੀ ਵਿੱਚ ਉਤਾਰਾ ਕਰਦੇ ਨੇ। ਮਹਾਰਾਜ ਦੇ ਨਾਲ 40 ਦੇ ਕਰੀਬ ਸਿੰਘ, ਜਿਹਦੇ ਵਿੱਚੋਂ ਨਾਲ 5 ਪਿਆਰੇ, ਵੱਡੇ 2 ਸਾਹਿਬਜ਼ਾਦੇ ਗੁਰੂ ਸਾਹਿਬ ਜੀ ਦੇ ਨਾਲ ਨੇ। ਚਮਕੌਰ ਦੀ ਗੜੀ 'ਚ ਅਗਲੇ ਦਿਨ ਸਾਰਾ ਦਿਨ ਜੰਗ ਹੁੰਦਾ ਹੈ। ਸਾਰੇ ਦਿਨ ਦੇ ਜੰਗ ਤੋਂ ਬਾਅਦ ਗੁਰੂ ਸਾਹਿਬ ਜੀ ਅਗਲੀ ਰਾਤ ਤਾੜੀ ਮਾਰ ਕੇ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲਦੇ ਆ, ਮਾਛੀਵਾੜੇ ਨੂੰ ਚਾਲੇ ਪਾਉਂਦੇ ਆ। ਮਾਛੀਵਾੜੇ ਸਤਿਗੁਰੂ ਜੀ ਪਹੁੰਚਦੇ ਨੇ। ਇੱਥੇ ਸ਼ਬਦ ਵੀ ਉਚਾਰਿਆ ਜਾਂਦਾ ਹੈ, ਪ੍ਰਮਾਤਮਾ ਨੂੰ ਉਹਦਾ ਸ਼ੁਕਰਾਨਾ ਕੀਤਾ ਜਾਂਦਾ ਹੈ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਉਸ ਹਾਲਾਤ ਦੇ ਵਿੱਚ ਵੀ ਕੰਢਿਆਂ ਤੇ ਰਾਤ ਗੁਜ਼ਾਰ ਕੇ, ਠੰਡ ਵਿੱਚ ਰਾਤ ਗੁਜ਼ਾਰ ਕੇ ਵੀ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ। ਸਤਿਗੁਰੂ ਜੀ ਇੱਥੋਂ ਮਾਛੀਵਾੜੇ ਤੋਂ ਚੱਲ ਕੇ ਜਿਸ ਵੇਲੇ ਭਾਈ ਗਣੀ ਖਾਂ, ਨਵੀ ਖਾਂ ਹੋਰਾਂ ਦੀ ਮਦਦ ਦੇ ਨਾਲ ਆਲਮਗੀਰ ਪਹੁੰਚਦੇ ਆ, ਹੀਰਾ ਨਗਰ ਪਹੁੰਚਦੇ ਆ। ਇੱਥੋਂ ਚੱਲਦਿਆਂ ਮਹਾਰਾਜ ਰਾਏਕੋਟ ਪਹੁੰਚੇ। ਰਾਏਕੋਟ ਪਹੁੰਚਣ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪਤਾ ਲੱਗਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ। ਨੂਰੇ ਮਾਹੀ ਨੇ ਆ ਕੇ ਖਬਰ ਦਿੱਤੀ ਹੈ, ਮਾਤਾ ਜੀ ਸ਼ਹੀਦ ਕਰ ਦਿੱਤੇ ਗਏ ਆ, ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣ ਕੇ ਸ਼ਹੀਦ ਕੀਤਾ ਗਿਆ ਹੈ। ਸਤਿਗੁਰੂ ਜੀ ਉਸ ਵੇਲੇ ਇੱਕ ਸ਼ਬਦ ਵਰਤਦੇ ਆ, ਤੀਰ ਦੇ ਨਾਲ ਇੱਕ ਕਾਈ ਦਾ ਬੂਟਾ ਪੁੱਟ ਕੇ ਕਿਹਾ ਜਾਂਦਾ ਹੈ ਕਿ ਅੱਜ ਤੋਂ ਮੁਗਲ ਰਾਜ ਦੀ ਜਿਹੜੀ ਜੜ ਪੱਟੀ ਗਈ ਹੈ। ਸਤਿਗੁਰੂ ਜੀ ਇੱਥੋਂ ਰਾਏਕੋਟ ਤੋਂ ਚੱਲ ਕੇ ਦੀਨੇ ਨਗਰ ਦੇ ਵਿੱਚ, ਦੀਨਾ ਕਾਂਗੜ ਜਿਸ ਨੂੰ ਕਿਹਾ ਜਾਂਦਾ ਹੈ, ਇਸ ਸਥਾਨ ਤੇ ਮਹਾਰਾਜ ਪਹੁੰਚਦੇ ਨੇ ਕੋਟ ਸ਼ਮੀਰ ਹੋਰਾਂ ਦੇ ਪਾਸ, ਜਿੱਥੇ ਕੁਝ ਟਿਕਵਾਂ ਸਮਾਂ ਇੱਥੇ ਰਹਿ ਕੇ ਮਹਾਰਾਜ ਭਾਈ ਦੇਸੂ ਜੀ ਦੇ ਘਰ ਦੇ ਵਿੱਚ ਰਹਿੰਦੇ ਆ। ਇੱਥੋਂ ਹੀ ਸਤਿਗੁਰੂ ਜੀ ਇੱਕ ਜਿੱਤ ਦੀ ਚਿੱਠੀ, ਜ਼ਫਰਨਾਮਾ, ਜੋ ਔਰੰਗਜ਼ੇਬ ਪ੍ਰਤੀ ਉਹ ਲਿਖਿਆ ਜਾਂਦਾ ਹੈ, ਜਿਹਦੇ ਵਿੱਚ ਉਹਦੀਆਂ ਸਾਰੀਆਂ ਉਹ ਹਰਕਤਾਂ, ਉਹਦੀਆਂ ਉਹ ਕਰਤੂਤਾਂ ਜੋ ਉਹਨਾਂ ਕੀਤੀਆਂ, ਉਹ ਸਾਰੀਆਂ ਬਿਆਨ ਕੀਤੀਆਂ ਜਾਂਦੀਆਂ ਨੇ। ਜ਼ਫਰਨਾਮਾ ਜਿਸ ਵੇਲੇ ਲਿਖਿਆ ਜਾਂਦਾ ਹੈ, ਇੱਥੇ ਹੀ ਮਹਾਰਾਜ ਕੁਝ ਸਮਾਂ ਰਹੇ, ਜਿੱਥੇ ਮਹਾਰਾਜ ਦੇ ਪਾਸ ਘੋੜੇ ਵੀ ਆਉਣੇ ਸ਼ੁਰੂ ਹੋ ਗਏ, ਕੁਝ ਸਿੰਘ ਵੀ ਮਹਾਰਾਜ ਦੇ ਪਾਸ ਜਿਹੜੇ ਸ਼ਾਮਲ ਹੋ ਗਏ। ਜ਼ਫਰਨਾਮਾ
ਔਰੰਗਜ਼ੇਬ ਪਾਸ ਪੁੱਜਦਾ ਹੈ। ਵਜ਼ੀਰ ਖਾਨ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿੱਤ ਦੀ ਚਿੱਠੀ ਇੱਕ ਭੇਜੀ ਹੈ ਔਰੰਗਜ਼ੇਬ ਨੂੰ, ਜਿਸ ਕਰਕੇ ਔਰੰਗਜ਼ੇਬ ਹੁਣ ਇਸ ਗੱਲ ਲਈ ਸਹਿਮਤ ਹੈ ਕਿ ਗੁਰੂ ਗੋਬਿੰਦ ਸਿੰਘ ਦਾ ਪਿੱਛਾ ਨਾ ਕੀਤਾ ਜਾਏ। ਜੇ ਗੁਰੂ ਗੋਬਿੰਦ ਸਿੰਘ ਦਾ ਪਿੱਛਾ ਔਰੰਗਜ਼ੇਬ ਨਹੀਂ ਕਰਦਾ, ਪਰ ਗੁਰੂ ਗੋਬਿੰਦ ਸਿੰਘ ਮੈਨੂੰ ਨਹੀਂ ਬਖਸ਼ਣ ਵਾਲੇ, ਇਸ ਕਰਕੇ ਉਹ ਆਪਣੇ ਤੌਰ ਤੇ ਕਦਮ ਚੁੱਕਦਾ ਹੈ। ਆਪਣੀ ਬਹੁਤ ਸਾਰੀ ਵੱਡੀ ਫੌਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪਿੱਛੇ ਤੋਰਦਾ ਹੈ। ਮਹਾਰਾਜ ਰਾਏਕੋਟ ਤੋਂ ਚੱਲਦਿਆਂ ਹੋਇਆਂ ਅਗਲਾ ਜਿਹੜਾ ਇਹਨਾਂ ਦਾ ਸਫ਼ਰ ਹੈ, ਬਰਗਾੜੀ, ਬਹਿਬਲ, ਢਿਲਵਾਂ, ਕੋਟਕਪੂਰਾ, ਰਾਮੇਆਣਾ, ਇਹਨਾਂ ਸਥਾਨਾਂ ਤੇ ਪਹੁੰਚੇ। ਰਾਮੇਆਣੀ ਦੇ ਧਰਤੀ ਤੇ ਜਿਸ ਵੇਲੇ ਪੁੱਜਦੇ ਆ, ਉਸ ਵੇਲੇ ਮਾਝੇ ਦੇ ਉਹ ਸਿੰਘ ਜਿਹੜੇ ਸਤਿਗੁਰੂ ਜੀ ਦਾ ਸਾਥ ਛੱਡ ਕੇ ਬੇਦਾਵਾ ਲਿਖ ਕੇ ਕਹਿ ਲਈਏ ਚਲੇ ਗਏ ਸਨ, ਉਹ ਕਾਗਜ਼ ਜਿਹੜੇ ਲਿਖ ਕੇ ਦੇ ਗਏ ਸਨ, ਜਿਸ ਵੇਲੇ ਉਹ ਆਪਣੇ ਨਗਰਾਂ 'ਚ ਪਹੁੰਚਦੇ ਆ, ਘਰੇ ਪਹੁੰਚਦੇ ਆ, ਪਤਾ ਲੱਗਾ ਕਿ ਗੁਰੂ ਸਾਹਿਬ ਜੀ ਨੇ ਸਾਰਾ ਪਰਿਵਾਰ ਪੰਥ ਤੋਂ ਕੁਰਬਾਨ ਕਰ ਦਿੱਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਾਰੇ ਪਤਾ ਲੱਗਾ ਕਿ ਮਹਾਰਾਜ ਇਸ ਇਲਾਕੇ ਵੱਲ ਨੂੰ ਆਏ, ਤੇ ਵੱਡੀ ਗਿਣਤੀ ਦੇ ਵਿੱਚੋਂ ਮਾਝੇ ਦੇ ਵਿੱਚੋਂ ਸਿੰਘ ਤੁਰਦੇ ਆ। ਭਾਈ ਮਹਾਂ ਸਿੰਘ ਜੀ ਹੋਰਾਂ ਦੀ ਅਗਵਾਈ 'ਚ, ਮਾਤਾ ਭਾਗ ਕੌਰ ਜੀ ਦੀ ਅਗਵਾਈ 'ਚ ਵੱਡਾ ਕਾਫਲਾ ਜਿਹੜਾ ਮਾਝੇ ਤੋਂ ਚੱਲਦਾ ਹੈ। ਰਾਮੇਆਣੀ ਦੀ ਧਰਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਨਾਲ ਮਿਲਾਪ ਹੁੰਦਾ ਹੈ। ਇਹ ਜਿਹੜੇ ਆਏ ਭੁੱਲ ਬਖਸ਼ਾਉਣ ਸਨ, ਪਰ ਨਾਲ ਕਈ ਵਾਰ ਪਿੰਡ ਦੇ ਕੁਝ ਨਗਰ ਦੇ ਆਦਮੀ ਅਜਿਹੇ ਹੁੰਦੇ ਨੇ ਕਿ ਜਿਨ੍ਹਾਂ ਨੂੰ ਗੱਲ ਵੱਡੀ ਕਹਿ ਕੇ ਪੇਸ਼ ਕਰਨ ਦਾ ਉਹ ਮੁਹਾਰਤ ਰੱਖਦੇ ਆ, ਜਾਂ ਉਹ ਆਪਣਾ ਆਪ ਜਿਤਾਉਣਾ ਚਾਹੁੰਦੇ ਆ। ਉਹ ਆਗੂ ਬਣ ਕੇ ਆਏ, ਸਤਿਗੁਰੂ ਸੱਚੇ ਪਾਤਸ਼ਾਹ ਨੂੰ ਵੀ ਸਲਾਹਾਂ ਦੇਣ ਲੱਗ ਪਏ ਵੀ ਮਹਾਰਾਜ ਆਪ ਜੀ ਇਹ ਜੰਗਾਂ ਜੁੱਧਾਂ ਵਾਲਾ ਰਸਤਾ ਛੱਡ ਦਿਓ, ਜਿਸ ਤਰ੍ਹਾਂ ਪਹਿਲਾਂ ਗੁਰੂ ਸਾਹਿਬ ਰਹਿੰਦੇ ਸਨ ਉਸੇ ਤਰ੍ਹਾਂ ਆਪ ਜੀ ਰਹਿਣਾ ਕਰੋ, ਤੇ ਅਸੀਂ ਵੀ ਉਸੇ ਤਰ੍ਹਾਂ ਤੁਹਾਨੂੰ ਪੂਜਦੇ ਰਹੀਏ, ਉਸੇ ਤਰ੍ਹਾਂ ਮੰਨਦੇ ਰਹੀਏ, ਉਸੇ ਤਰ੍ਹਾਂ ਮੱਥਾ ਟੇਕਦੇ ਰਹੀਏ। ਪਰ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਪੁੱਛਣ ਲੱਗ ਪਏ, ਜੇ ਤੇ ਸਿੱਖ ਬਣ ਕੇ ਆਏ ਹੋ ਤੇ ਠੀਕ ਹੈ, ਜੇ ਗੁਰੂ ਨੂੰ ਸਲਾਹਾਂ ਦੇਣੀਆਂ ਨੇ ਤੇ ਫਿਰ ਕਹਿ ਲੱਗੇ ਤੁਹਾਡਾ ਸਾਡਾ ਨਿਭਾ ਨਹੀਂ ਹੋ ਸਕਦਾ, ਫਿਰ ਤੁਸੀਂ ਸਾਡੇ ਸਿੱਖ ਨਹੀਂ ਹੋ ਸਕਦੇ। ਗੁਰੂ ਜੇਕਰ ਮੰਨਣਾ ਹੈ ਤੇ ਫਿਰ ਤੇ ਗੁਰੂ ਦੇ ਅਨੁਸਾਰ ਹੀ ਚੱਲਣਾ ਪਏਗਾ। ਪਰ ਉਹਨਾਂ ਨੇ, ਕੁਝ ਚੌਧਰੀਆਂ ਨੇ ਇਹ ਕਹਿ ਦਿੱਤਾ ਵੀ ਜੇਕਰ ਤੁਸੀਂ ਸਾਡੇ ਮੁਤਾਬਕ ਨਹੀਂ ਚੱਲਦੇ ਤੇ ਅਸੀਂ ਫਿਰ ਤੁਹਾਡੇ ਮੁਤਾਬਕ ਚੱਲਣ ਲਈ ਤਿਆਰ ਨਹੀਂ ਆ। ਉਹਨਾਂ ਨੂੰ ਵੀ ਮਹਾਰਾਜ ਨੇ ਕਿਹਾ ਜਾਂਦਾ ਹੈ ਕਿ ਕਹਿ ਦਿੱਤਾ ਫਿਰ ਤੁਸੀਂ ਵੀ ਲਿਖ ਕੇ ਦੇ ਦਿਓ ਕਿ ਅਸੀਂ ਤੁਹਾਡੇ ਸਿੱਖ ਨਹੀਂ। ਕੁਝ ਅਜਿਹਾ ਕਰ ਗਏ। ਪਰ ਜਿਹੜੇ ਇਹ ਭਾਈ ਮਹਾਂ ਸਿੰਘ ਜੀ ਤੇ ਮਾਤਾ ਭਾਗ ਕੌਰ ਜੀ ਹੋਰਾਂ ਦਾ ਕਾਫਲਾ ਆਇਆ ਸੀ, ਇਹਨੇ ਨੂੰ ਖਬਰ ਪੁੱਜੀ ਕਿ ਪਿੱਛੇ ਵਜ਼ੀਰ ਖਾਨ ਦੀ ਫੌਜ ਚੜੀ ਆ ਰਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਉੱਥੋਂ ਤੁਰ ਪਏ, ਜਿਸ ਕਰਕੇ ਫਿਰ ਮਾਤਾ ਭਾਗ ਕੌਰ ਜੀ, ਭਾਈ ਮਹਾਂ ਸਿੰਘ ਜੀ ਹੋਰਾਂ ਇੱਕ ਫੈਸਲਾ ਕੀਤਾ ਕਿ ਅਸੀਂ ਇਹ ਪਿੱਛੇ ਆ ਰਹੀ ਫੌਜ ਗੁਰੂ ਸਾਹਿਬ ਜੀ ਦੇ ਪਾਸ ਪੁੱਜਣ ਤੋਂ ਪਹਿਲਾਂ ਆਪਣੀਆਂ ਸ਼ਹਾਦਤਾਂ ਤੇ ਸਾਡੀਆਂ ਬੇਸ਼ੱਕ ਹੋ ਜਾਣ, ਇਹ ਫੌਜ ਗੁਰੂ ਸਾਹਿਬ ਜੀ ਤੱਕ ਨਹੀਂ ਪੁੱਜਣ ਦਿਆਂਗੇ। ਉਹ ਵੀ ਸਾਰਾ ਜਿਹੜਾ ਕਾਫਲਾ ਹੈ ਗੁਰੂ ਸਾਹਿਬ ਜੀ ਦੇ ਪਿੱਛੇ ਤੁਰ ਪੈਂਦਾ ਹੈ। ਮਹਾਰਾਜ ਇੱਥੇ ਆਉਂਦੇ ਆ, ਉਹ ਸਥਾਨ ਗੁਰਦੁਆਰਾ ਟਿੱਬੀ ਸਾਹਿਬ ਹੈ, ਜੋ ਉੱਚਾ ਸਥਾਨ ਹੈ ਉਸ ਸਮੇਂ ਦਾ, ਉੱਥੇ ਟਿੱਬੀ ਤੇ ਆ ਕੇ ਵਿਰਾਜਦੇ ਆ। ਇਹ ਜਿਹੜਾ ਸਥਾਨ ਹੈ ਇਹ ਖਿਦਰਾਣੇ ਦੀ ਢਾਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। 3 ਭਾਈ ਸਨ, ਰਪਾਣਾ, ਧੰਗਾਣਾ ਤੇ ਖਿਦਰਾਣਾ। ਖਿਦਰਾਣੇ ਦਾ ਹਿੱਸਾ ਇਹ ਸੀ, ਸਥਾਨ ਉਹਦਾ ਸੀ ਕਿ ਜਿੱਥੇ ਮੀਂਹਾਂ ਦਾ ਪਾਣੀ ਇਕੱਠਾ ਹੁੰਦਾ ਸੀ, ਢਾਬ ਕਰਕੇ ਜਾਣਿਆ ਜਾਂਦਾ ਸੀ। ਸਿੰਘਾਂ ਨੇ ਫਿਰ ਇਸ ਗੁਰਦੁਆਰਾ ਤੰਬੂ ਸਾਹਿਬ ਜੋ ਪਰਿਕਰਮਾ ਦੇ ਵਿੱਚ ਹੈ, ਇਸ ਅਸਥਾਨ ਤੇ ਆਪਣੇ ਬਸਤਰ, ਕਛਹਿਰੇ, ਚਾਦਰ ਆਦਿਕ ਪਾ ਕੇ ਇੱਕ ਵੱਡੇ ਤੰਬੂ ਹੋਣ ਦਾ, ਇੱਥੇ ਸਿੰਘਾਂ ਦੇ ਵੱਡੇ ਕੈਂਪ ਹੋਣ ਦਾ ਭੁਲੇਖਾ ਪਾਉਣ ਲਈ ਉਹਨਾਂ ਬਸਤਰਾਂ ਨੂੰ ਝਾੜੀਆਂ ਤੇ ਪਾ ਦਿੱਤਾ। ਇੱਥੇ ਮੋਰਚਾਬੰਦੀ ਕਰ ਲਈ। ਪਿੱਛੇ ਆ ਰਹੀ ਵਜ਼ੀਰ ਖਾਨ ਦੀ ਫੌਜ, ਜਿੱਥੇ ਫਿਰ ਡਟਵਾਂ ਮੁਕਾਬਲਾ ਉਹਨਾਂ 40 ਸਿੰਘਾਂ ਨੇ ਇਸ ਅਸਥਾਨ ਤੇ ਕੀਤਾ। ਬਹੁਤ ਜੂਝੇ, ਬਹੁਤ ਲੜੇ। ਗਰਮੀ ਦੇ ਦਿਨ ਸਨ, ਵਿਸਾਖ ਦਾ ਦਿਨ ਸੀ। ਉਹਨਾਂ ਦਿਨਾਂ ਦੇ ਵਿੱਚ ਫਿਰ ਪਾਣੀ ਦੀ ਪਿਆਸ ਲੱਗਣ ਕਰਕੇ ਫੌਜ ਬਹੁਤੀ ਦੇਰ ਤੱਕ ਲੜ ਨਾ ਸਕੀ। ਇਹ 1705 ਦਾ ਇਹ ਸਮਾਂ ਜਿਸ ਵੇਲੇ ਇਹ ਸਾਰਾ ਕੁਝ ਹੁੰਦਾ ਹੈ, ਤੇ ਵਿਸਾਖ ਦੇ ਦਿਨ ਹੋਣ ਕਾਰਨ ਗਰਮੀ ਅੰਤਾਂ ਦੀ ਸੀ, ਪਿਆਸ ਤੋਂ ਬਹੁਤਾ ਸਮਾਂ ਨਾ ਲੜ ਸਕਣ ਕਰਕੇ ਵਜ਼ੀਰ ਖਾਨ ਨੇ ਕੋਟਕਪੂਰੇ ਦੇ ਚੌਧਰੀ ਕਪੂਰੇ ਨੂੰ ਪੁੱਛਿਆ, ਕਹਿਣ ਲੱਗੇ ਹੁਣ ਫੌਜ ਵਾਸਤੇ ਪਾਣੀ ਚਾਹੀਦਾ, ਪਾਣੀ ਕਿਸ ਥਾਂ ਤੋਂ ਪ੍ਰਾਪਤ ਹੋਵੇਗਾ? ਇੱਥੇ ਢਾਬ ਤੇ ਸਿੰਘਾਂ ਦਾ ਕਬਜ਼ਾ ਸੀ। ਕਪੂਰੇ ਨੇ ਦੱਸਿਆ ਵੀ ਜੇ ਆਸੇ-ਪਾਸੇ ਅੱਗੇ ਜਾਓਗੇ ਤੇ ਲਗਭਗ 30 ਕਿਲੋਮੀਟਰ ਤੱਕ ਕੋਈ ਪਾਣੀ ਨਹੀਂ, ਪਿੱਛੇ ਪਰਤੋਗੇ ਤੇ 10 ਕਿਲੋਮੀਟਰ ਤੇ ਪਾਣੀ ਸਾਨੂੰ ਪ੍ਰਾਪਤ ਹੋ ਸਕਦਾ ਹੈ। ਜਿਸ ਕਰਕੇ ਵਜ਼ੀਰ ਖਾਨ ਦੀਆਂ ਫੌਜਾਂ ਬਹੁਤਾ ਸਮਾਂ ਮੁਕਾਬਲਾ ਨਾ ਕਰ ਸਕੀਆਂ, ਹਾਰ ਖਾ ਕੇ ਇਸ ਸਥਾਨ ਤੋਂ ਪਿੱਛੇ ਨੂੰ ਪਰਤੀਆਂ, ਆਪਣੇ ਜ਼ਖਮੀਆਂ ਤੱਕ ਦੀ ਸੰਭਾਲਣਾ ਕੀਤੀ। ਗੁਰੂ ਸਾਹਿਬ ਜੋ ਟਿੱਬੀ ਤੋਂ
ਇਹ ਸਾਰਾ ਦ੍ਰਿਸ਼ ਦੇਖ ਰਹੇ ਸਨ। ਮਹਾਰਾਜ ਨੇ ਆਪਣੇ ਖਾਲਸੇ ਦੀ, ਆਪਣੇ ਸਿੰਘਾਂ ਦੀ ਮਦਦ ਕੀਤੀ। ਟਿੱਬੀ ਤੋਂ ਤੀਰ ਚਲਾਉਂਦੇ ਰਹੇ, ਖਾਲਸੇ ਦੀ ਮਦਦ ਕਰਦੇ ਰਹੇ। ਜਿਸ ਵੇਲੇ ਇਹ ਜੰਗ ਸਮਾਪਤ ਹੁੰਦੀ ਹੈ, ਸਤਿਗੁਰੂ ਜੀ ਟਿੱਬੀ ਸਾਹਿਬ ਦੇ ਸਥਾਨ ਤੋਂ ਚੱਲਦੇ ਨੇ, ਘੋੜੇ ਤੇ ਸਵਾਰ ਹੋਣ ਲੱਗਦੇ ਆ, ਰਕਾਬ ਟੁੱਟ ਜਾਂਦੀ ਹੈ। ਮਹਾਰਾਜ ਉਸ ਸਥਾਨ ਤੇ ਗੁਰਦੁਆਰਾ ਰਕਾਬਸਰ ਵੀ ਮੌਜੂਦ ਹੈ। ਸਤਿਗੁਰੂ ਜੀ ਘੋੜੇ ਤੋਂ ਸਵਾਰ ਹੋ ਕੇ ਆਏ। ਇਸ ਸਥਾਨ ਤੇ ਜੋ ਵਣ ਸਾਹਿਬ ਮੌਜੂਦ ਹੈ, ਇਸ ਵਣ ਦੇ ਨਾਲ ਗੁਰੂ ਸਾਹਿਬ ਜੀ ਆਪਣਾ ਘੋੜਾ ਬੰਨ੍ਹਦੇ ਨੇ। ਇੱਥੇ ਫਿਰ ਪਏ ਹੋਏ ਸਿੰਘਾਂ ਦੇ ਉਹ ਸਰੀਰਾਂ ਦੀ ਸੰਭਾਲ ਕੀਤੀ ਜਾਂਦੀ ਹੈ, ਜਿਹਦੇ ਵਿੱਚੋਂ ਭਾਈ ਮਹਾਂ ਸਿੰਘ ਜੀ ਜਿਹੜੇ ਅਜੇ ਸਹਿਕ ਰਹੇ ਨੇ, ਸਵਾਸ ਚੱਲਦੇ ਪਏ ਨੇ। ਸਤਿਗੁਰੂ ਜੀ ਨੇ ਉਹਨਾਂ ਦੇ ਸੀਸ ਨੂੰ ਆਪਣੀ ਗੋਦੀ ਵਿੱਚ ਲਿਆ ਹੈ। ਮਹਾਰਾਜ ਨੇ ਆਪਣੀ ਝੋਲੀ ਵਿੱਚ ਰੱਖਿਆ ਸੀਸ, ਜਲ ਦਾ ਛਿੱਟਾ ਮਾਰਦੇ ਨੇ। ਜਦੋਂ ਨੇਤਰ ਸਾਫ਼ ਕੀਤੇ ਜਾਂਦੇ, ਭਾਈ ਮਹਾਂ ਸਿੰਘ ਜੀ ਨੂੰ ਹੋਸ਼ ਪਰਤਦੀ ਹੈ, ਸੁੱਧ ਆਉਂਦੀ ਹੈ। ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਝੋਲੀ ਦੇ ਵਿੱਚ ਪਾਇਆ ਦੇਖਦੇ ਨੇ ਤੇ ਮਹਾਰਾਜ ਪੁੱਛਦੇ ਨੇ ਭਾਈ ਮਹਾਂ ਸਿੰਘ ਜੀ ਹੋਰਾਂ ਪਾਸੋਂ, ਤੁਹਾਡੀ ਇਸ ਕੁਰਬਾਨੀ ਤੋਂ, ਜੋ ਤੁਸੀਂ ਸਾਡੀ ਖਾਤਰ ਆਪਣੀਆਂ ਜਾਨਾਂ ਨਿਸ਼ਾਵਰ ਕੀਤੀਆਂ ਨੇ, ਤੁਹਾਡੀ ਇਸ ਸੇਵਾ ਤੋਂ ਅਸੀਂ ਬਹੁਤ ਪ੍ਰਸੰਨ ਹਾਂ, ਬਹੁਤ ਖੁਸ਼ ਹਾਂ। ਅੱਜ ਜੋ ਮੰਗੋ ਉਹੀ ਤੁਹਾਨੂੰ ਦਿੱਤਾ ਜਾਏਗਾ। ਤੇ ਉਸ ਵੇਲੇ ਭਾਈ ਮਹਾਂ ਸਿੰਘ ਜੀ ਦੀ ਹੱਥ ਜੋੜ ਕੇ ਇਹ ਅਰਦਾਸ ਸੀ, ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੋ, ਇੱਕ ਉਹ ਕਾਗਜ਼ ਜੋ ਅਸੀਂ ਆਪ ਜੀ ਨੂੰ ਲਿਖ ਕੇ ਦੇ ਆਏ ਹਾਂ ਵੀ ਅਸੀਂ ਆਪ ਜੀ ਦੇ ਸਿੱਖ ਨਹੀਂ, ਕਿਰਪਾ ਕਰਕੇ ਕਾਗਜ਼ ਦੇ ਉਸ ਟੋਟੇ ਨੂੰ ਉਹਨੂੰ ਪਾੜ ਦਿਓ, ਸਾਡੀ ਟੁੱਟੀ ਗੰਢ ਲਵੋ। ਤੇ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਵੇਂ ਆਪਣੇ ਜਿਗਰ ਦੇ ਟੋਟੇ ਉਹ ਤੇ ਨਹੀਂ ਸੰਭਾਲੇ, ਉਹਦੇ ਕੁਰਬਾਨ ਕਰ ਦਿੱਤੇ ਚਾਰੇ ਹੀ, ਪਰ ਕਾਗਜ਼ ਦਾ ਉਹ ਟੁਕੜਾ ਜ਼ਰੂਰ ਆਪਣੇ ਕਮਰ ਕੱਸੇ ਵਿੱਚ ਸਾਂਭ ਕੇ ਰੱਖਿਆ ਸੀ, ਜੋ ਸਤਿਗੁਰੂ ਜੀ ਜਾਣਦੇ ਸਨ ਕਿ ਭੁੱਲੇ ਨੇ, ਆਖਰ ਮੇਰੇ ਨੇ, ਜ਼ਰੂਰ ਵਾਪਸ ਪਰਤਣਗੇ। ਤੇ ਸਤਿਗੁਰੂ ਜੀ ਨੇ ਉਹ ਬੇਦਾਵਾ ਉਹ ਕਾਗਜ਼ ਕੱਢ ਕੇ ਇਸ ਅਸਥਾਨ ਤੇ ਪਾੜ ਦਿੱਤਾ ਤੇ ਮੁੜ ਉਹਨਾਂ ਸਿੰਘਾਂ ਦੀ ਟੁੱਟੀ ਗੰਢ ਲਈ। ਉਹਨਾਂ ਨੂੰ ਮੁਕਤੇ ਦਾ ਖਿਤਾਬ ਦਿੱਤਾ, ਕਿਸੇ ਨੂੰ 5000 10,000 20,000 30,000 ਦਾ ਖਿਤਾਬ ਦਿੱਤਾ। ਫਿਰ ਉਹਨਾਂ ਮੁਕਤਿਆਂ ਦੇ ਨਾਮ ਤੇ ਇਹ ਖਿਦਰਾਣੇ ਦੀ ਧਰਤੀ ਮੁਕਤਸਰ ਸਾਹਿਬ ਦੇ ਨਾਮ ਨਾਲ, 40 ਮੁਕਤਿਆਂ ਦੇ ਨਾਮ ਦੇ ਨਾਲ ਜਾਣੀ ਜਾਣ ਲੱਗੀ। ਫਿਰ ਇੱਥੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਸਾਰੇ ਸਿੰਘਾਂ ਦੀ ਸਰੀਰਾਂ ਦੀ ਸੰਭਾਲ ਕਰਵਾਈ, ਜਿਹੜੇ ਸ਼ਹੀਦ ਹੋ ਚੁੱਕੇ ਸਨ। ਉਹਨਾਂ ਸਾਰੇ ਸਰੀਰਾਂ ਨੂੰ ਇਕੱਤਰ ਕੀਤਾ, ਇੱਕ ਥਾਂ ਤੇ ਕਰਕੇ ਇਸ਼ਨਾਨ ਕਰਾਇਆ ਸਾਰੇ ਸਰੀਰਾਂ ਦਾ। ਫਿਰ ਜਿੱਥੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਹੈ, ਇਸ ਅਸਥਾਨ ਤੇ ਉਹਨਾਂ ਸਰੀਰਾਂ ਨੂੰ ਇਕੱਤਰ ਕਰਕੇ ਤੇ ਮਹਾਰਾਜ ਨੇ ਸੰਸਕਾਰ ਦੀ ਉਹਨਾਂ ਦੇ ਸਿੰਘਾਂ ਦੀ ਸੇਵਾ ਇਹ ਆਪ ਨਿਭਾਈ। ਆਪਣੇ ਸਾਰੇ ਪਰਿਵਾਰ ਦਾ, ਭਾਵੇਂ ਗੁਰੂ ਸਾਹਿਬ ਦੇ ਪਿਤਾ ਜੀ ਨੇ, ਭਾਵੇਂ ਮਾਤਾ ਜੀ ਤੇ ਭਾਵੇਂ ਚਾਰੇ ਸਾਹਿਬਜ਼ਾਦਿਆਂ ਦੀ ਗੱਲ ਕਰੀਏ, ਕਿਸੇ ਦਾ ਵੀ ਇਸ ਤਰ੍ਹਾਂ ਸਰੀਰ ਦੀ ਸੰਭਾਲ ਨਹੀਂ ਸਨ ਕਰ ਸਕੇ। ਪਰ ਇੱਥੇ ਸਤਿਗੁਰੂ ਜੀ ਨੇ ਆਪਣੇ ਉਹਨਾਂ ਪਿਆਰੇ ਖਾਲਸਿਆਂ ਦੀ, ਜਿਨ੍ਹਾਂ ਗੁਰੂ ਪਿਆਰ ਦੇ ਵਿੱਚ ਆਪਣੀਆਂ ਜਾਨਾਂ ਨਿਸ਼ਾਵਰ ਕੀਤੀਆਂ ਸਨ, ਗੁਰੂ ਤੋਂ ਕੁਰਬਾਨ ਕੀਤੀਆਂ ਸਨ, ਹੱਥੀਂ ਉਹਨਾਂ ਦਾ ਸੰਸਕਾਰ ਇਸ ਅਸਥਾਨ ਤੇ ਕੀਤਾ ਹੈ। ਇਹ ਭਾਵੇਂ ਸਾਰਾ ਕੁਝ ਵੈਸਾਖ ਦੇ ਵਿੱਚ ਵਾਪਰਿਆ ਸੀ, ਪਰ ਸਿਆਣੇ ਗੁਰਸਿੱਖਾਂ ਨੇ ਉਸ ਵੇਲੇ ਇੱਕ ਸੁਹਿਰਦ ਫੈਸਲਾ ਲਿਆ, ਇੱਕ ਚੰਗਾ ਫੈਸਲਾ ਕੀਤਾ। ਜਦੋਂ ਇਹ ਦਿਹਾੜਾ ਮਨਾਇਆ ਜਾਣ ਲੱਗਾ, ਇਹ ਵਾਲਾ ਇਲਾਕੇ ਦੇ ਵਿੱਚ ਪਾਣੀ ਦੀ ਘਾਟ ਨੂੰ ਮੁੱਖ ਰੱਖਦਿਆਂ ਹੋਇਆਂ, ਤੇ ਜਿਹੜਾ ਇੱਕ ਮਾਘ ਦੇ ਮਹੀਨੇ ਤੇ ਸਨਾਤਨ ਮਤ ਵਾਲੇ ਹਿੰਦੂ ਵੀਰ ਜਿਹੜੇ ਉਹ ਪ੍ਰਯਾਗਰਾਜ ਵੱਲ ਇਸ਼ਨਾਨ ਵਾਸਤੇ ਤੁਰਦੇ ਆ, ਸਿੱਖ ਕਿਸੇ ਕੰਮ ਤੋਂ ਵਾਂਝਾ ਨਾ ਰਹਿ ਸਕੇ, ਉਹਦਾ ਬਦਲਵਾਂ ਰੂਪ ਸਿੱਖਾਂ ਨੂੰ ਦੇਣ ਵਾਸਤੇ ਤੇ ਉਹਨਾਂ ਸ਼ਹੀਦਾਂ ਦਾ ਜੋੜ ਮੇਲਾ ਮਨਾਉਣ ਲਈ ਮਾਘ ਦੇ ਮਹੀਨੇ ਵਿੱਚ ਇਹ ਸ਼ਹੀਦੀ ਜੋੜ ਮੇਲਾ ਮਨਾਉਣ ਦਾ ਫੈਸਲਾ ਪੰਥ ਵੱਲੋਂ, ਸੁਹਿਰਦ ਸਿੱਖਾਂ ਦੇ ਵੱਲੋਂ ਇਹ ਲਿਆ ਗਿਆ। ਜਿੱਥੇ ਇਹ ਮੇਲਾ ਸ਼ਹੀਦਾਂ ਦਾ ਜੋੜ ਮੇਲਾ 3 ਮਈ 4 ਮਈ ਜਾਂ 21 ਵਿਸਾਖ ਨੂੰ ਜਦੋਂ ਮਨਾਇਆ ਜਾਂਦਾ ਹੈ, ਉਦੋਂ ਵੀ ਵੱਡੇ ਪੱਧਰ ਤੇ ਹੁਣ ਮਨਾਇਆ ਜਾਂਦਾ ਹੈ, ਪਰ ਇਹਨੂੰ ਵੱਡੇ ਰੂਪ ਵਿੱਚ ਮੇਲਾ ਮਾਘੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ, ਜਿੱਥੇ ਫਿਰ ਸਮੁੱਚੇ ਦੇਸ਼ ਭਰ ਚੋਂ, ਵਿਦੇਸ਼ਾਂ ਦੇ ਵਿੱਚੋਂ ਬਹੁਤ ਸਾਰੀਆਂ ਸੰਗਤਾਂ ਮੇਲਾ ਮਾਘੀ ਦੇ ਰੂਪ ਵਿੱਚ ਉਹਨਾਂ ਸ਼ਹੀਦਾਂ ਨੂੰ ਨਮਨ ਕਰਨ ਵਾਸਤੇ ਇਸ ਪਾਵਨ ਧਰਤੀ ਤੇ ਪੁੱਜਦੀਆਂ ਹਨ। ਲੱਖਾਂ ਦੀ ਗਿਣਤੀ ਵਿੱਚ ਸੰਗਤ ਇੱਥੇ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰਦੀ ਹੈ। ਸ਼੍ਰੀ ਅਨੰਦਪੁਰ ਸਾਹਿਬ ਤੋਂ ਅੱਗੇ ਚੱਲਦਾ ਗੁਰੂ ਕਾ ਖਾਲਸਾ ਪੰਥ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਾਫਲੇ ਸਮੇਤ ਖਿਦਰਾਣੇ ਦੀ ਢਾਬ ਤੇ ਕਿਵੇਂ ਪਹੁੰਚੇ, ਖਿਦਰਾਣੇ ਦੀ ਢਾਬ ਨੂੰ ਮੁਕਤਸਰ ਦਾ ਵਾਰ ਕਿਸ ਤਰ੍ਹਾਂ ਹੋਇਆ। ਗੁਰਬਾਣੀ ਦੇ ਵਿੱਚ ਬਹੁਤ ਸਾਰਾ ਜਿਹੜਾ ਕਿ ਜਿੱਥੇ ਪੰਕਤੀਆਂ ਇਸ ਸਥਾਨ ਦੇ ਨਾਲ ਸੰਬੰਧਿਤ ਨੇ, ਟੂਟੀ ਗੰਢ ਨਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ,
ਸੱਚੇ ਪਾਤਸ਼ਾਹ ਟੁੱਟੀਆਂ ਗੰਢਣ ਵਾਲੇ ਨੇ। ਭਾਈ ਮਹਾਂ ਸਿੰਘ ਜੀ ਔਰ 40 ਸਿੱਖ ਜਿਹੜੇ ਬੇਦਾਵਾ ਦੇ ਆਏ ਸੀ ਉਹਨਾਂ ਦੀ ਟੁੱਟੀ ਗੰਢੀ। ਮਾਤਾ ਭਾਗ ਕੌਰ ਜੀ ਦੇ ਨਾਲ ਸੰਬੰਧਿਤ ਇੱਥੋਂ ਦਾ ਸਥਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ, ਜਿੱਥੇ 40 ਸ਼ਹੀਦਾਂ ਦਾ ਅੰਤਮ ਦੇਹਾਂ ਦਾ ਸੰਸਕਾਰ ਕੀਤਾ ਗਿਆ। ਗੁਰੂ ਸਾਹਿਬ ਦੀ ਜਿਹੜੀ ਘੋੜੇ ਦੀ ਰਕਾਬ ਹੈ, ਗੁਰੂ ਘਰ ਦਾ ਦਾਤਨ ਸਾਹਿਬ ਗੁਰਦੁਆਰਾ ਸਾਹਿਬ, ਜਿੱਥੇ ਲੁੱਕ ਕੇ ਜਿਹੜਾ ਮੁਗਲ ਵਾਰ ਕਰਨ ਲੱਗਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਮਹਾਰਾਜ ਨੇ ਜਿਹੜਾ ਸਰਬਲੋਹ ਦਾ ਗੜਵਾ ਉਹ ਮਾਰ ਕੇ ਕਿਸ ਤਰ੍ਹਾਂ ਜਿਹੜਾ ਉਹਨੂੰ ਮੌਤ ਦੇ ਘਾਟ ਉਤਾਰਿਆ, ਉਹਨੂੰ ਜਿਹੜਾ ਕਿ ਧੁਰ ਦੀ ਗੱਡੀ ਚਾੜਿਆ ਹੈਗਾ, ਉਹ ਸਾਰਾ ਇਤਿਹਾਸ ਜਿਹੜਾ ਅਸੀਂ ਅਗਲੇ ਐਪੀਸੋਡ ਦੇ ਵਿੱਚ ਆਪ ਜੀ ਦੇ ਸਾਹਮਣੇ ਪੇਸ਼ ਕਰਾਂਗੇ। ਇਹ ਦਰਬਾਰ ਸਾਹਿਬ ਸ੍ਰੀ ਦਰਬਾਰ ਸਾਹਿਬ ਗੁਰਦੁਆਰਾ ਟੁੱਟੀ ਗੰਢੀ ਸਾਹਿਬ, ਜਿਹਨੂੰ ਕਿ ਗੁਰਧਾਮ ਹੋਣ ਦਾ ਵੀ ਜਿਹੜਾ ਮਾਣ ਪ੍ਰਾਪਤ ਹੈ। ਮੇਨ ਦਰਬਾਰ ਦੇ ਬਿਲਕੁਲ ਖੱਬੇ ਪਾਸੇ ਪਹਿਲਾਂ ਇੱਕ ਕਲਗੀਧਰ ਦੀਵਾਨ ਹਾਲ ਹੁੰਦਾ ਸੀ। ਜਦੋਂ 1984 ਦੇ ਵਿੱਚ ਭਾਰਤੀ ਫੌਜ ਨੇ ਹਮਲਾ ਕੀਤਾ ਸ਼੍ਰੀ ਅਕਾਲ ਤਖਤ ਸਾਹਿਬ ਤੇ, ਤਾਂ ਇਸ ਸ਼ਹਿਰ ਦੇ ਵਿੱਚ ਅਸਥਾਨ ਦੇ ਉੱਤੇ ਵੀ ਹਮਲਾ ਕੀਤਾ ਗਿਆ। ਉਹ ਨੁਕਸਾਨੀ ਹੋਈ ਇਮਾਰਤ ਦੀ ਕਾਰ ਸੇਵਾ ਲਗਭਗ 1992 ਤੋਂ ਲੈ ਕੇ 96-97 ਤੱਕ ਚੱਲੀ। ਸ੍ਰੀ ਮੁਕਤਸਰ ਸਾਹਿਬ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਆਖਰੀ ਜੰਗ ਹੋਈ, ਤਾਂ ਇੱਕ ਬਹੁਤ ਕੀਮਤੀ ਨਿਸ਼ਾਨੀ ਸੱਚੇ ਪਾਤਸ਼ਾਹ ਦੀ ਇਸ ਜਗ੍ਹਾ ਦੇ ਉੱਤੇ ਅਜੇ ਵੀ ਮੌਜੂਦ ਹੈ। ਉਹ ਹੈ ਇਹ ਪਵਿੱਤਰ ਵੰਡ ਸਾਹਿਬ। ਇਹ ਵੰਡ ਸਾਹਿਬ ਜਿਹੜਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਘੋੜਾ ਜਿਹੜਾ ਉਹ ਇਸ ਵੰਡ ਸਾਹਿਬ ਦੇ ਨਾਲ ਬੰਨਿਆ ਸੀਗਾ। ਤਾਂ ਅਸੀਂ ਭਾਈ ਜਗਬੀਰ ਸਿੰਘ ਜੀ ਪਾਸੋਂ ਇਸ ਵੰਡ ਬਾਰੇ ਔਰ ਇਤਿਹਾਸ ਬਿਰਤਾਂਤ ਸਰਵਣ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਵੰਡ ਸਾਹਿਬ ਆਪ ਜੀ ਦਰਸ਼ਨ ਕਰ ਰਹੇ ਹੋ, ਜਿਸ ਵੇਲੇ ਸਾਹਿਬ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਮੁਕਤਸਰ ਸਾਹਿਬ ਦੀ ਇਸ ਪਾਵਨੀ ਧਰਤੀ ਤੇ ਆਪਣਾ ਆਖਰੀ ਫੈਸਲਾਕੁਨ ਜੰਗ ਜਿਸ ਵੇਲੇ ਲੜਿਆ ਹੈ, ਸਿੰਘਾਂ ਦੀ ਸ਼ਹਾਦਤ ਹੁੰਦੀ ਹੈ, ਜਿੱਥੇ ਮਹਾਰਾਜ ਉਹਨਾਂ ਨੂੰ ਮੁਕਤਿਆਂ ਦਾ ਖਿਤਾਬ ਦਿੰਦੇ ਆ। ਜਿਸ ਵੇਲੇ ਇੱਥੇ ਮਹਾਰਾਜ ਪਹੁੰਚਦੇ ਆ, ਇਸੇ ਅਸਥਾਨ ਤੇ ਸਤਿਗੁਰੂ ਜੀ ਆਪਣਾ ਉਹ ਘੋੜਾ ਬਣਦੇ ਆ। ਬਹੁਤ ਸਾਰਾ ਇਹ ਜੰਗਲ ਇਲਾਕਾ ਵੀ, ਮਾਲਵੇ ਨੂੰ ਜੰਗਲ ਇਲਾਕਾ ਵੀ ਕਿਹਾ ਜਾਂਦਾ ਹੈ। ਬਹੁਤ ਸਾਰੇ ਵਣ ਇਸ ਥਾਂ ਤੇ ਹੁੰਦੇ ਸਨ। ਇਸ ਸਥਾਨ ਤੇ ਉਦੋਂ ਇਹ ਤੱਕ ਦਰਖਤ ਦੇ ਰੂਪ ਵਿੱਚ ਮੌਜੂਦ ਸੀ ਪਹਿਲਾਂ ਤੋਂ ਹੀ, ਜਿਸ ਵਣ ਦੇ ਨਾਲ ਮਹਾਰਾਜ ਨੇ ਘੋੜਾ ਬੰਨਿਆ। ਅੱਜ 350 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ। ਫਿਰ ਬਾਕੀ ਜਿੱਥੇ ਸਾਰੇ ਉਹ ਜੰਗਲ ਨੂੰ ਕੱਟ ਦਿੱਤਾ ਗਿਆ, ਪਰ ਜਿਸ ਇਹ ਵਣ ਦੇ ਨਾਲ ਮਹਾਰਾਜ ਨੇ ਆਪਣਾ ਘੋੜਾ ਬੰਨਿਆ ਸੀ, ਫਿਰ ਉਸ ਨੂੰ ਮਹਾਰਾਜ ਦੀ ਨਿਸ਼ਾਨੀ ਜਾਣ ਕੇ ਇਹ ਸਾਂਭ ਲਿਆ ਗਿਆ। ਉਸ ਵੇਲੇ ਤੋਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਚੱਜੇ ਢੰਗ ਦੇ ਨਾਲ ਇਹਦੀ ਸਾਂਭ ਸੰਭਾਲ ਕਰ ਰਹੀ ਹੈ। ਪਿੱਛੇ ਕੁਝ ਸਮਾਂ ਗੁਰੂ ਸਾਹਿਬ ਜੀ ਦੇ ਦਰ ਤੇ ਨਤਮਸਤਕ ਹੋਣ ਵਾਸਤੇ ਗਵਰਨਰ ਸਾਹਿਬ ਵੀ ਆਏ ਸਨ ਪੰਜਾਬ ਦੇ। ਉਹ ਆ ਕੇ ਇੱਥੋਂ ਦੇ ਡੀਸੀ ਸਾਹਿਬ ਨੂੰ ਵੀ ਖਾਸ ਕਰਕੇ ਹਦਾਇਤ ਕਰਕੇ ਗਏ ਸਨ ਵੀ ਇਹ ਨਾ ਸਾਡੀ ਇਹ ਜਿਹੜੀ ਧਰੋਹਰ ਹੈ, ਸਾਡੀ ਇਹ ਵਿਰਾਸਤ ਹੈ, ਸਾਡੀ ਇਹ ਨਿਸ਼ਾਨੀਆਂ ਦੀ ਤੁਸੀਂ ਆਪ ਸੰਭਾਲ ਕਰੋ। ਸੋ ਪ੍ਰਸ਼ਾਸਨ ਵੀ ਤੇ ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਹਦੀ ਸੰਭਾਲ ਕਰ ਰਹੀ ਹੈ। ਇਹ ਗੁਰੂ ਸਾਹਿਬ ਜੀ ਦੀ ਉਸ ਸਮੇਂ ਦੀ ਇੱਕ ਕੀਮਤੀ ਨਿਸ਼ਾਨੀ ਹੈ। ਤੁਸੀਂ ਦਰਸ਼ਨ ਕਰਵਾ ਦਿਓ ਵੰਡ ਸਾਹਿਬ ਦੇ, ਤੁਸੀਂ ਦਰਸ਼ਨ ਕਰੋ ਇਸ ਪਵਿੱਤਰ ਵੰਡ ਸਾਹਿਬ ਦੇ, ਕਿਉਂਕਿ ਬਹੁਤ ਬਿਰਧ ਹੋਣ ਕਰਕੇ, ਪੁਰਾਣਾ ਜਿਹੜਾ ਹੈਗਾ ਇਹ ਦਰਖਤ ਹੋਣ ਕਰਕੇ ਇਹਨੂੰ ਬਹੁਤ ਸਾਰੀਆਂ ਜਿਹੜੀਆਂ ਥੱਲੋਂ ਰੋਕਾਂ ਸਪੋਰਟਾਂ ਲਾਈਆਂ ਹੋਈਆਂ ਨੇ, ਲੋਹੇ ਦੇ ਵੱਡੇ ਜਿਹੜੇ ਢਾਂਚੇ ਫਿੱਟ ਕਰਕੇ, ਸਪੋਰਟਾਂ ਗਾਡਰ ਫਿੱਟ ਕਰਕੇ ਲਾਏ ਹੋਏ ਨੇ, ਤਾਂ ਕਿ ਇਹਦੀ ਸੰਭਾਲ ਜਿਹੜੀ ਹੈਗੀ ਇਸ ਦੀ ਵੀ ਹੋ ਸਕੇ। ਜਦੋਂ ਵਿਸ਼ਵ ਭਰ ਤੋਂ ਸੰਗਤ ਆਉਂਦੀ ਹੈ ਦਰਸ਼ਨ ਕਰਨ, ਤਾਂ ਇਸ ਵੰਡ ਸਾਹਿਬ ਨੂੰ ਲੈ ਕੇ ਬਹੁਤ ਜ਼ਿਆਦਾ ਚਾਅ ਔਰ ਮਨ ਦੇ ਵਿੱਚ ਉਤਸ਼ਾਹ ਹੁੰਦਾ ਵੀ ਅਸੀਂ ਉਹ ਜਿਹੜਾ ਕਿ ਹੈਗਾ ਉਸ ਦਰਖਤ ਦੇ ਦਰਸ਼ਨ ਕਰੀਏ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਘੋੜਾ ਬੱਧਾ। ਇੱਕ ਦੰਦ ਕਥਾ ਜਾਂ ਇੱਕ ਬੋਲੀ ਹੁੰਦੀ ਸੀ, ਝੰਡੇ ਝੂਲਦੇ ਨਗਾਰੇ ਆਉਂਦੇ ਵੱਜਦੇ ਨੀਲੇ ਤੇ ਸਵਾਰ ਪਾਤਸ਼ਾਹ। ਤਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਜਥੇ ਸਮੇਤ ਜਾਂਦੇ ਸੀ, ਝੰਡੇ ਝੂਲਦੇ ਸੀ, ਨਗਾਰੇ ਵੱਜਦੇ ਸੀ ਔਰ ਨੀਲਾ ਘੋੜਾ ਸੱਚੇ ਪਾਤਸ਼ਾਹ ਜਿਹਦੀ ਸਵਾਰੀ ਕਰਦੇ ਸੀ, ਉਹ ਨੀਲਾ ਘੋੜਾ ਹੁੰਦਾ ਸੀ। ਔਰ ਘੋੜਾ ਜਿਹੜਾ ਇਸ ਵੰਡ ਸਾਹਿਬ ਦੇ ਨਾਲ ਬੱਝਿਆ, ਅਸੀਂ ਉਹ ਵੰਡ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ। ਸ੍ਰੀ ਮੁਕਤਸਰ ਸਾਹਿਬ ਦਾ ਸਰੋਵਰ ਜਿਹੜਾ ਉਹਦੀ ਵੀ ਇੱਕ ਵਿਸ਼ੇਸ਼ ਮਹੱਤਤਾ ਹੈ। ਇਤਿਹਾਸਕ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਸਰੋਵਰ ਹੋਣੇ ਲਾਜ਼ਮੀ ਹੈ, ਇਤਿਹਾਸਕ ਜਿਹੜੀ ਕਿ ਮਰਿਆਦਾ ਹੈ। ਔਰ ਇਸ ਸਰੋਵਰ ਦਾ ਇਤਿਹਾਸ ਦੇ ਨਾਲ ਕਿੰਨਾ ਕੁ ਸੰਬੰਧ ਹੈ ਔਰ ਕਿਸ ਤਰ੍ਹਾਂ ਇਹ ਸਰੋਵਰ ਵੱਡੇ ਸਰੋਵਰਾਂ ਦੇ ਵਿੱਚੋਂ ਗਿਣਿਆ ਜਾਂਦਾ, ਅਸੀਂ ਭਾਈ ਸਾਹਿਬ ਤੋਂ ਇਹ ਵੀ ਜਿਹੜਾ ਜ਼ਰੂਰ ਜਾਣਕਾਰੀ ਲਵਾਂਗੇ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਇਹ ਜੋ ਸਰੋਵਰ ਹੈ
ਇਹਦਾ ਇਤਿਹਾਸ ਆਪ ਜੀ ਪਿੱਛੇ ਜਾਣਦੇ ਹੀ ਹੋ ਕਿ ਇਹ ਜੋ ਸਥਾਨ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਹੈ ਉਹਨਾਂ ਸ਼ਹੀਦਾਂ ਦੀ ਸੰਬੰਧ ਵਿੱਚ ਹੈ ਕਿ ਜਿਨ੍ਹਾਂ ਗੁਰੂ ਪਿਆਰਿਆਂ ਨੇ ਗੁਰੂ ਪਿਆਰ ਦੇ ਵਿੱਚ ਹੀ ਆਪਾ ਨਿਸ਼ਾਵਰ ਕੀਤਾ ਸੀ ਗੁਰੂ ਸਾਹਿਬ ਤੋਂ। ਇਹੀ ਉਹ ਸਥਾਨ ਹੈ ਜਿਹਨੂੰ ਪਹਿਲਾਂ ਖਿਦਰਾਣੇ ਦੀ ਢਾਬ ਕਿਹਾ ਜਾਂਦਾ ਸੀ, ਜਿਨ੍ਹਾਂ ਜਗ੍ਹਾ ਤੇ ਪਾਣੀ ਮੀਂਹਾਂ ਦਾ ਇਕੱਤਰ ਹੁੰਦਾ ਸੀ। ਇਸੇ ਢਾਬ ਤੇ ਹੀ ਸਿੰਘਾਂ ਨੇ ਆਪਣਾ ਕਬਜ਼ਾ ਕੀਤਾ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਸ ਵੇਲੇ ਉਹਨਾਂ ਸਿੰਘਾਂ ਨੂੰ ਮੁਕਤੇ ਦਾ ਖਿਤਾਬ ਦਿੱਤਾ ਤੇ ਇਸ ਨੂੰ ਮੁਕਤ ਸਰੋਵਰ ਦਾ ਖਿਤਾਬ ਦਿੱਤਾ ਸੀ ਕਿ ਮੁਕਤ ਸਰੋਵਰ ਹੈ। ਇੱਥੇ ਆ ਕੇ ਇਸ਼ਨਾਨ ਕਰਨ ਦੀ ਮਹਾਨਤਾ ਜਿਹੜੀ ਗੁਰੂ ਸਾਹਿਬ ਜੀ ਨੇ ਦਰਸਾਈ ਸੀ ਤੇ ਸਤਿਗੁਰੂ ਜੀ ਦੇ ਬਚਨਾਂ ਸਦਕਾ ਹੀ ਇਹ ਮੁਕਤ ਸਰੋਵਰ ਬਣਿਆ। ਇਹ ਸਭ ਤੋਂ ਵੱਡੇ ਸਰੋਵਰਾਂ 'ਚੋਂ ਦੂਜੇ ਨੰਬਰ ਤੇ ਇਹ ਸਰੋਵਰ ਆਉਂਦਾ ਹੈ। ਸਭ ਤੋਂ ਵੱਡਾ ਜਿਹੜਾ ਸਥਾਨ ਉਹ ਤਰਨਤਾਰਨ ਸਾਹਿਬ ਸਰੋਵਰ ਦਾ ਹੈ। ਉਸ ਤੋਂ ਬਾਅਦ ਦੂਜੇ ਨੰਬਰ ਤੇ ਇਹ ਸਥਾਨ ਜੋ ਗੁਰਦੁਆਰਾ ਟੁੱਟੀ ਗੰਢੀ ਸਾਹਿਬ, ਜਿੱਥੋਂ ਇਹਦਾ ਨਾਮ ਜੜਦਾ ਸ਼ਹਿਰ ਦਾ ਮੁਕਤਸਰ ਸਾਹਿਬ ਜਾਣਿਆ ਜਿਸ ਤੋਂ ਜਾਣਿਆ ਜਾਂਦਾ ਹੈ। ਹਾਂਜੀ, ਸਥਾਨ ਜਿਹੜਾ ਹੈਗਾ ਮੇਲਾ ਮਾਘੀ ਦਾ ਉਹ ਵੀ ਇਸ ਸਰੋਵਰ ਦੇ ਵਿੱਚ ਸੰਗਤ ਬੜੀ ਜਿਹੜਾ ਕਿ ਸ਼ਰਧਾ ਦੇ ਨਾਲ। ਸਨਾਤਨ ਮਤ ਦੇ ਵਿੱਚ ਹਿੰਦੂ ਤੀਰਥਾਂ ਦੀ ਬੜੀ ਮਹੱਤਤਾ ਹੈ। ਉਸ ਇਸ਼ਨਾਨ ਨੂੰ ਬੜੀ ਮਹਾਨਤਾ ਦਿੱਤੀ ਜਾਂਦੀ ਹੈ। ਇਲਾਹਾਬਾਦ ਜਾ ਕੇ ਇਸ਼ਨਾਨ ਕਰਨਾ, ਕੁੰਭ ਦਾ ਇਸ਼ਨਾਨ ਕਰਨਾ, ਪ੍ਰਯਾਗਰਾਜ ਦੇ ਰਾਜ ਦੇ ਜਿਹੜੇ ਤੀਰਥ ਨੇ, ਮਾਘ ਦੇ ਮੇਲੇ ਦਾ ਬਹੁਤ ਵੱਡਾ ਇਸ਼ਨਾਨ ਨੂੰ ਮਹਾਤਮ ਸਨਾਤਨ ਮਤ ਵਿੱਚ ਦਿੱਤਾ ਗਿਆ ਹੈ। ਸਿੱਖ ਕਿਸੇ ਵੀ ਸਮੇਂ ਕਿਸੇ ਵੀ ਪੁਰਬ ਤੋਂ ਵਾਂਝਾ ਨਾ ਰਹਿ ਸਕੇ। ਸਿਆਣੇ ਗੁਰਸਿੱਖਾਂ ਨੇ ਇਹ ਫੈਸਲਾ ਕੀਤਾ ਕਿ ਉਸ ਵੇਲੇ ਸਿੱਖ ਆਪਣੇ ਸਤਿਗੁਰੂ ਦੇ ਦੀਦਾਰਿਆਂ ਵਾਸਤੇ ਆਉਣ, ਉਹਨਾਂ ਆਪਣੇ ਸ਼ਹੀਦਾਂ ਨੂੰ ਨਮਨ ਕਰਨ ਕਿ ਜਿਨ੍ਹਾਂ ਨੇ ਇਉਂ ਕਹਿ ਲਈਏ ਭੁੱਲ ਨਹੀਂ ਸੀ ਕੋਈ। ਗੁਰੂ ਸਾਹਿਬ ਨੇ ਬਹਾਨਾ ਹੀ ਬਣਾਇਆ ਸੀ, ਜਿਵੇਂ ਗੁਰੂ ਨਾਨਕ ਸਾਹਿਬ ਦੇ ਨਾਲ ਭਾਈ ਮਰਦਾਨਾ ਜੀ ਜਗਤ ਨੂੰ ਤਾਰਨ ਦਾ ਇੱਕ ਬਹਾਨਾ ਬਣੇ, ਬੇਦਾਵਾ ਦੇਣਾ ਵੀ ਇੱਕ ਬਹਾਨਾ ਸੀ। ਸਤਿਗੁਰੂ ਜੀ ਨੇ ਇਸ ਧਰਤੀ ਨੂੰ ਭਾਗ ਲਾਉਣੇ ਸਨ, ਇਤਿਹਾਸ ਇੱਥੋਂ ਤੱਕ ਆਉਣਾ ਸੀ। ਫਿਰ ਉਸ ਸਮੇਂ ਨੂੰ ਗੁਰਸਿੱਖਾਂ ਨੇ ਮਾਘੀ ਦਾ ਇਸ਼ਨਾਨ ਜਿਹੜਾ ਇਹ ਇਸ ਸਥਾਨ ਤੇ ਆ ਕੇ ਸੰਗਤਾਂ ਕਰ ਸਕਣ ਤੇ ਉਸ ਵੇਲੇ ਵੱਡੀ ਗਿਣਤੀ ਵਿੱਚ ਫਿਰ ਸੰਗਤਾਂ ਇਸ ਸਰੋਵਰ ਵਿੱਚ ਆ ਕੇ ਇਸ਼ਨਾਨ ਕਰਦੀਆਂ ਤੇ ਜੀਵਨ ਸਫਲਾ ਕਰਦੀਆਂ। ਤਾਂ ਮੇਲਾ ਮਾਘੀ ਦਾ ਜਿਹੜਾ ਕਿ 14 ਜਨਵਰੀ ਨੂੰ ਅੰਗਰੇਜ਼ੀ ਮਹੀਨਿਆਂ ਅਨੁਸਾਰ ਲਗਭਗ ਮਨਾਇਆ ਜਾਂਦਾ। 1 ਮਾਘ ਜਿਹੜੀ ਮਨਾਈ ਜਾਂਦੀ ਹੈ ਔਰ ਉਸ 13 ਦੀ ਰਾਤ 1 ਮਾਘ ਤੋਂ ਪਹਿਲੀ ਰਾਤ ਜਿਹੜੀ ਹੈ ਵਿਸ਼ਵ ਭਰ ਦੇ ਵਿੱਚੋਂ ਸੰਗਤਾਂ ਇਕੱਤਰ ਹੋ ਕੇ, ਖਾਸ ਕਰਕੇ ਪੰਜਾਬ ਦੇ ਵਿੱਚੋਂ ਬਹੁਤ ਵੱਡੀ ਗਿਣਤੀ 'ਚ ਪੰਜਾਬ ਦੇ ਨਾਲ ਲੱਗਦਾ ਹਰਿਆਣਾ, ਰਾਜਸਥਾਨ, ਸਾਰੀਆਂ ਸੰਗਤਾਂ ਜਿਹੜੀਆਂ ਹੈਗੀਆਂ ਉਹ ਮਾਘ ਦਾ ਇਸ਼ਨਾਨ ਇਸ ਪਵਿੱਤਰ ਸਰੋਵਰ ਦੇ ਵਿੱਚ ਕਰਦੀਆਂ।